ਚਾਵਲਾ जी पहले तो बड़ी दुखदाई वो घटना सी जिहदे अपने परिवार के 17 जीआं नूं उत्थे शहीद किया। 15 अगस्त आज़ादी तो बाद परिवार उत्थे ही सी ते कोई 23 अगस्त नूं पिंड दे ही एक जो है रसूल बख्श सी उन्हें घट्टो घट्ट 8-10 पिंडां दे जो मुसलमान सी उन्हां नूं इकट्ठियां कीता भी आपां परिवार नूं मारना है। ये जो सिख परिवार चावला परिवार है तो घट्टो घट्ट 8-10 हज़ार मुसलमानां ने जो साडी हवेली नूं उत्थे घेरा पा लिता अते सानूं कहा भी जां तां मुसलमान बन जाओ नहीं तो असीं तुहानूं मार देना। कि साडे नाल एक बाजवा परिवार सी जिहड़ा रहिंदा सी सिखां दा ते ਉਹ ਵੀ ਸਾਡੇ ਜਿਵੇਂ ਪਰਿਵਾਰ ਦੇ ਮੈਂਬਰ ਹੀ ਸਨ। ਨਾਲ ਹੀ ਉਹਨਾਂ ਰਸੂਲ ਬਖਸ਼ ਨੇ ਕਿਹਾ ਜੀ ਇੱਕ ਉਹਨਾਂ ਦੀ ਇਸਤਰੀ ਦਾ ਜੋ ਨਿਕਾਹ ਉਹ ਤੁਸੀਂ ਕਰਵਾ ਦਿਓ ਤੇ ਨਾਲ ਸੋਨਾ ਚਾਂਦੀ ਦੇ ਦਿਓ ਤੇ ਮੁਸਲਮਾਨ ਬਣ ਜਾਓ। ਜਦੋਂ ਇਹ ਗੱਲ ਸਾਡਿਆਂ ਬਜ਼ੁਰਗਾਂ ਨੇ ਸੁਣੀ ਤੇ ਉਹਨਾਂ ਉਸ ਦਾ ਸਿਰ ਲਾ ਦਿੱਤਾ ਉਸੇ ਵਕਤ ਤੇ ਕੱਲੀ ਇਸਤਰੀ ਨੇ ਕੱਲੇ ਬੱਚੇ ਨੂੰ ਜਪਜੀ ਸਾਹਿਬ ਦਾ ਪਾਠ ਕਰਾਇਆ ਗਿਆ ਅਤੇ ਪਰਿਵਾਰ ਨੂੰ ਹੱਥੀਂ ਸ਼ਹੀਦ ਕੀਤਾ ਗਿਆ। ਤੇ ਜਦੋਂ ਅਸੀਂ ਹਰ ਸਾਲ ਪ੍ਰੋਗਰਾਮ ਕਰਨੇ ਆ ਤੇ ਬੜਾ ਇੱਕ ਮਨ ਨੂੰ ਮਾਣ ਵੀ ਹੁੰਦਾ ਕਿ ਅਸੀਂ ਜੋ ਸਿੱਖੀ ਨਹੀਂ ਛੱਡੀ ਆਪਣੇ ਧਰਮ ਦੀ ਖਾਤਰ ਸਿੱਖੀ ਜਿਹੜੀ ਕੇਸਾਂ ਸਵਾਸਾਂ ਸੰਗ ਪਰਿਵਾਰ ਨੇ ਨਿਭਾਈ ਹੈ। ਤੁਸੀਂ ਆਪਣੇ ਗ੍ਰੈਂਡਫਾਦਰ ਲਾਗੇ ਬੈਠਦੇ ਹੋਗੇ ਜਾਂ ਫਾਦਰ ਲਾਗੇ ਬੈਠਦੇ ਹੋ, ਕਦੀ ਉਹਨਾਂ ਨੇ ਕੋਈ ਇਨਸੀਡੈਂਟ ਇਸ ਤਰ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਇਹ ਹਾਲਾਤ ਸੀਗੇ ਤੇ ਅੱਜ ਵੀ ਅੱਖਾਂ 'ਚ ਅੱਥਰੂ ਆ ਜਾਂਦਾ ਹੋਵੇ ਕਿ ਯਾਰ ਜੇ ਅਸੀਂ ਉਸ ਟਾਈਮ ਤੇ ਹੁੰਦੇ ਤੇ ਸ਼ਾਇਦ ਅਸੀਂ ਪੈਦਾ ਵੀ ਨਾ ਹੋ ਪਾਉਂਦੇ ਇਸ ਚੀਜ਼ ਨੂੰ ਲੈ ਕੇ। ਹਾਕਮਾਂ ਨੂੰ ਆਪਣੇ ਰਾਜ ਦੀ ਪਈ ਸੀ ਵੀ ਅਸੀਂ ਝੰਡਾ ਚਲਾਉਣਾ ਆਪਣਾ ਤੇ ਆਪਣਾ ਰਾਜ ਬਣਾਉਣਾ ਹੈ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹਦੇ ਬੜੇ ਭਿਅੰਕਰ ਨਤੀਜੇ ਅੱਗੋਂ ਨਿਕਲ ਰਹੇ ਨੇ। ਹਰਿਮੰਦਰ ਸਾਹਿਬ ਦੇ ਲਾਗੇ ਵੀ ਤੁਹਾਡੀ ਇੱਕ ਜੇ 17 ਪਰਿਵਾਰ ਦੇ ਜਿਹੜੇ ਨਾਮ ਲਿਖੇ ਸੀਗੇ ਹੁਣ ਜੋ ਸਾਨੂੰ ਸੁਣਨ ਨੂੰ ਮਿਲਿਆ ਕਿ ਉਹ ਹਟਾ ਦਿੱਤੇ ਗਏ ਨੇ। ਕਿੱਥੇ ਹਟਾ ਦਿੱਤੇ ਗਏ ਨੇ? ਕੋਈ ਗੱਲਬਾਤ ਹੋਈ ਤੁਹਾਡੀ ਸ਼੍ਰੋਮਣੀ ਕਮੇਟੀ ਨਾਲ? ਉਹਨੂੰ ਸੰਭਾਲ ਕੇ ਰੱਖਣ ਦੇ ਕਿ ਉੱਥੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈ ਸਕਣ ਕਿ ਕਿੱਥੇ ਕਿਸ ਤਰ੍ਹਾਂ ਜੋ ਆਪਣਾ ਸਿੱਖੀ ਵਾਸਤੇ ਸ਼ਹੀਦੀਆਂ ਦਿੱਤੀਆਂ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਜਾਏ ਇਸ ਦੇ ਕਿ ਉਹਨੂੰ ਸੰਰਕਸ਼ਣ ਦੇਣਾ ਸੀ ਉਹਨਾਂ ਨੇ ਉਹ ਸਲੈਬ ਉੱਥੋਂ ਉਤਰਾ ਦਿੱਤੀ ਗਈ। ਦੇਸ਼ ਦੀ ਆਜ਼ਾਦੀ ਨੂੰ ਬੇਸ਼ੱਕ 73 ਸਾਲ ਹੋ ਚੁੱਕੇ ਨੇ ਲੇਕਿਨ ਕਈ ਇਸ ਤਰ੍ਹਾਂ ਦੇ ਵੀ ਜ਼ਖਮ ਨੇ ਜੋ ਅੱਜ ਵੀ ਅੱਲੇ ਨੇ। ਇੱਕ ਇਸ ਤਰ੍ਹਾਂ ਦਾ ਪਰਿਵਾਰ ਜਿਨ੍ਹਾਂ ਵੱਲੋਂ ਪਾਕਿਸਤਾਨ ਦੇ ਵਿੱਚ ਆਜ਼ਾਦੀ ਸਮੇਂ ਤੇ ਪਾਕਿਸਤਾਨ ਦੇ ਵਿੱਚ ਹੀ 17 ਆਪਣੇ ਪਰਿਵਾਰ ਦੇ ਜੀਆਂ ਨੂੰ ਸ਼ਹੀਦ ਕੀਤਾ ਗਿਆ ਔਰ ਉਸ ਤੋਂ ਬਾਅਦ ਭਾਰਤ ਪਹੁੰਚਦੇ ਨੇ ਤੇ ਆਪਣਾ ਦੁਬਾਰਾ ਤੋਂ ਬਿਜ਼ਨਸ ਜਿਹੜਾ ਆ ਉਹ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਆਜ਼ਾਦੀ ਦੀਆਂ ਮੁਬਾਰਕਾਂ ਤੇ ਹਰ ਇੱਕ ਵਿਅਕਤੀ ਦੇ ਦਿੰਦਾ ਹੈ ਲੇਕਿਨ ਕਿਆ ਲੱਗਦਾ ਹੈ ਕਿ ਉਹਨਾਂ ਨੂੰ ਵੀ ਯਾਦ ਕਰਨ ਦਾ ਸਮਾਂ ਉਹ ਪਰਿਵਾਰ ਨੂੰ ਮਿਲਦਾ ਹੈ ਕਿ ਨਹੀਂ? ਸਾਡੇ ਨਾਲ ਚਾਵਲਾ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਚਾਵਲਾ ਜੀ ਪਹਿਲੇ ਤਾਂ ਬੜੀ ਦੁਖਦਾਈ ਉਹ ਘਟਨਾ ਸੀਗੀ ਜਿਹਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ 17 ਜੀਆਂ ਨੂੰ ਉੱਥੇ ਸ਼ਹੀਦ ਕੀਤਾ। ਕੀ ਸਾਰਾ ਮਾਮਲਾ ਸੀਗਾ ਪਹਿਲਾਂ ਇਹਦਾ ਥੋੜ੍ਹਾ ਦੱਸੋ ਤੇ ਉਸ ਤੋਂ ਬਾਅਦ ਦੱਸੋ ਕਿ ਆਪਣੇ ਬੱਚੇ ਨੂੰ ਅਗਰ ਜਿਸ ਤਰ੍ਹਾਂ ਕਿ ਇੰਜੈਕਸ਼ਨ ਲਾਉਣ ਦੀ ਪਹਿਲਾਂ ਵੀ ਸਾਡੀ ਹੁਣੇ ਗੱਲ ਹੋਈ ਸੀਗੀ ਜਿਸ ਇੰਜੈਕਸ਼ਨ ਲਾਉਣ ਲੱਗੇ ਸਾਨੂੰ ਪੀੜ ਹੁੰਦੀ ਹੈ ਲੇਕਿਨ 17 ਜੀਆਂ ਨੂੰ ਸ਼ਹੀਦ ਕਰਨਾ ਕਿੱਡੀ ਕੁ ਵੱਡਾ ਔਖਾ ਕਦਮ ਸੀਗਾ ਉੱਥੇ। ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬ ਜਿਹੜਾ ਲੋਕ ਚੈਨਲ ਹੈ ਇਹਦੇ ਸਾਰੇ ਦਰਸ਼ਕਾਂ ਨੂੰ ਮੇਰੇ ਕਰਨਪਾਲ ਸਿੰਘ ਚਾਵਲਾ ਵੱਲੋਂ ਸਤਿ ਸ਼੍ਰੀ ਅਕਾਲ। ਸਾਡਾ ਪਰਿਵਾਰ ਜੀ ਪਿੰਡ ਥਪਨਾਲਾ ਡਿਸਟ੍ਰਿਕਟ ਗੁਜਰਾਂਵਾਲਾ ਚੜ੍ਹਦੇ ਪੰਜਾਬ ਜੋ ਕਿ ਹੁਣ ਪਾਕਿਸਤਾਨ ਵਿਖੇ ਸਾਡੇ ਬਜ਼ੁਰਗ ਜਿਹੜੇ ਉੱਥੇ ਰਹਿੰਦੇ ਸਨ ਅਤੇ ਅੱਛਾ ਉਹਨਾਂ ਦਾ ਰਸੂਖ ਸੀ ਪਿੰਡ ਦੇ ਵਿੱਚ। ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਵਿੱਚ ਜੋ ਹੈ ਨਾਮ ਵੱਜਦਾ ਸੀ ਅਤੇ ਕੋਈ ਆਜ਼ਾਦੀ ਦੇ 15 ਅਗਸਤ ਆਜ਼ਾਦੀ ਤੋਂ ਬਾਅਦ ਪਰਿਵਾਰ ਉੱਥੇ ਹੀ ਸੀ ਅਤੇ ਕੋਈ 23 ਅਗਸਤ ਨੂੰ ਪਿੰਡ ਦੇ ਹੀ ਇੱਕ ਜੋ ਹੈ ਰਸੂਲ ਬਖਸ਼ ਸੀ ਉਹਨੇ ਘੱਟੋ ਘੱਟ 8-10 ਪਿੰਡਾਂ ਦੇ ਜੋ ਮੁਸਲਮਾਨ ਸੀ ਉਹਨਾਂ ਨੂੰ ਇਕੱਠਿਆਂ ਕੀਤਾ ਵੀ ਆਪਾਂ ਪਰਿਵਾਰ ਨੂੰ ਮਾਰਨਾ ਹੈ। ਇਹ ਜੋ ਸਿੱਖ ਪਰਿਵਾਰ ਚਾਵਲਾ ਪਰਿਵਾਰ ਹੈ ਅਤੇ ਘੱਟੋ ਘੱਟ 8-10 ਹਜ਼ਾਰ ਮੁਸਲਮਾਨਾਂ ਨੇ ਜੋ ਸਾਡੀ ਹਵੇਲੀ ਨੂੰ ਉੱਥੇ ਘੇਰਾ ਪਾ ਲਿੱਤਾ ਅਤੇ ਸਾਨੂੰ ਕਿਹਾ ਵੀ ਜਾਂ ਤਾਂ ਮੁਸਲਮਾਨ ਬਣ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਣਾ। ਅਤੇ ਪਰਿਵਾਰ ਜਿਹੜਾ ਆਪਣਾ ਸਿੱਖੀ ਸਿਧਾਂਤਾਂ ਦੇ ਉੱਤੇ ਪੂਰਨ ਚੱਲਣ ਵਾਲਾ ਪਰਿਵਾਰ ਸੀ। ਇਹਨਾਂ ਨੇ ਜੋ ਕਿਹਾ ਵੀ ਅਸੀਂ ਸਿੱਖ ਆਪਣਾ ਮੁਸਲਮਾਨ ਤਾਂ ਕਦੀ ਵੀ ਨਹੀਂ ਬਣਨਾ, ਸਾਨੂੰ ਸ਼ਹੀਦੀਆਂ ਦੇਣਾ ਮਨਜ਼ੂਰ ਹੈ। ਅਤੇ ਉਹ ਰਸੂਲ ਬਖਸ਼ ਜਿਹੜਾ ਸੀ ਉਹਨਾਂ ਦਾ 8-10 ਮੁਸਲਮਾਨਾਂ ਦਾ ਜਿਹੜਾ ਆਗੂ ਸੀ ਉਹਨੂੰ ਬੁਲਾਇਆ ਅਤੇ ਉਸਨੇ ਜੋ ਆਪਣਾ ਕਿਹਾ ਜੀ ਇਸ ਬਾਰ ਸਾਰੇ ਜੋ ਹੈ ਵੀ ਤੁਹਾਨੂੰ ਮਾਰਨ ਲਈ ਤਤਪਰ ਨੇ ਅਤੇ ਤੁਸੀਂ ਮੁਸਲਮਾਨ ਬਣ ਜਾਓ।
ਤੇ ਉਹ ਪਰਿਵਾਰ ਨੇ ਕਿਹਾ ਵੀ ਨਹੀਂ ਤੂੰ ਸੋਨਾ ਚਾਂਦੀ ਸਾਡੇ ਕੋਲ ਬਹੁਤ ਹੈ, ਤੁਸੀਂ ਜਿੰਨਾ ਲੈਣਾ ਲੈ ਲਓ, ਪਰ ਅਸੀਂ ਮੁਸਲਮਾਨ ਨਹੀਂ ਬਣਨਾ। ਨਾਲ ਹੀ ਉਹਨੇ ਜਦੋਂ ਇਹ ਗੱਲ ਕਹੀ ਕਿ ਸਾਡੇ ਨਾਲ ਇੱਕ ਬਾਜਵਾ ਪਰਿਵਾਰ ਸੀ ਜਿਹੜਾ ਰਹਿੰਦਾ ਸੀ ਸਿੱਖਾਂ ਦਾ, ਤੇ ਉਹ ਵੀ ਸਾਡੇ ਜਿਵੇਂ ਪਰਿਵਾਰ ਦੇ ਮੈਂਬਰ ਹੀ ਸਨ। ਨਾਲ ਹੀ ਉਹਨਾਂ ਰਸੂਲ ਬਖਸ਼ ਨੇ ਕਿਹਾ ਜੀ ਇੱਕ ਉਹਨਾਂ ਦੀ ਇਸਤਰੀ ਦਾ ਜੋ ਨਿਕਾਹ ਉਹ ਤੁਸੀਂ ਕਰਵਾ ਦਿਓ ਤੇ ਨਾਲ ਸੋਨਾ ਚਾਂਦੀ ਦੇ ਦਿਓ ਤੇ ਮੁਸਲਮਾਨ ਬਣ ਜਾਓ। ਜਦੋਂ ਇਹ ਗੱਲ ਸਾਡਿਆਂ ਬਜ਼ੁਰਗਾਂ ਨੇ ਸੁਣੀ ਤੇ ਉਹਨਾਂ ਉਸ ਦਾ ਸਿਰ ਲਾ ਦਿੱਤਾ ਉਸੇ ਵਕਤ ਹੀ। ਤੇ ਬਾਹਰ ਜੇ ਇਹ ਵੀ ਪਤਾ ਲੱਗਾ ਵੀ ਰਸੂਲ ਬਖਸ਼ ਜਿਹੜਾ ਸਾਡਾ ਲੀਡਰ ਸੀ ਉਹਨੂੰ ਇਹਨਾਂ ਨੇ ਮਾਰ ਦਿੱਤਾ ਹੈ। ਉਹਦੇ ਅੱਗੇ ਹੀ ਸਾਡੇ ਨਾਲ ਮਾਰਨ ਸਾਰੇ ਆਏ ਹੋਏ ਸਨ ਤੇ ਉਹਨਾਂ ਨੇ ਫਿਰ ਸੁਨੇਹਾ ਭੇਜਿਆ ਮੁਸਲਮਾਨ ਬਣੋ, ਤੇ ਪਰਿਵਾਰ ਨੇ ਇਸ ਉਹਨਾਂ ਦੀ ਮੰਗ ਜਿਹੜੀ ਠੁਕਰਾ ਦਿੱਤੀ। ਅਤੇ ਘਰ ਦੀਆਂ ਜੋ ਇਸਤਰੀਆਂ ਅਤੇ ਬੱਚੇ ਉਹਨਾਂ ਨੂੰ ਪੁੱਛਿਆ ਗਿਆ ਵੀ ਉੱਥੇ ਬਾਹਰ ਪਤਾ ਨਹੀਂ ਅਸੀਂ ਉਹਨਾਂ ਨਾਲ ਲੜਦੇ ਹੋਏ ਸ਼ਹੀਦ ਹੋ ਜਾਣਾ ਹੈ ਜਾਂ ਕਿਸ ਤਰ੍ਹਾਂ ਹੋਣਾ ਹੈ। ਤੇ ਇਸ ਘਰ ਦੀਆਂ ਇਸਤਰੀਆਂ ਅਤੇ ਬੱਚਿਆਂ ਨੇ, ਕਿਉਂਕਿ ਸਿੱਖੀ ਬੜੀ ਕੁੱਟ-ਕੁੱਟ ਕੇ ਪਰਿਵਾਰ 'ਚ ਭਰੀ ਹੋਈ ਸੀ, ਉਹਨਾਂ ਨੇ ਕਿਹਾ ਵੀ ਸਾਨੂੰ ਆਪਣੇ ਹੱਥੀਂ ਸ਼ਹੀਦ ਕਰ ਦਿਓ, ਕਿ ਪਰਿਵਾਰ ਦੀ ਬੇਹਰਮਤੀ ਨਹੀਂ ਹੋਣੀ ਚਾਹੀਦੀ, ਸਾਨੂੰ ਆਪਣੇ ਹੱਥੀਂ ਸ਼ਹੀਦ ਕਰਕੇ ਜਾਓ। ਤੇ ਇਕੱਲੀ ਇਸਤਰੀ ਨੇ ਇਕੱਲੇ ਬੱਚੇ ਨੂੰ ਜਪਜੀ ਸਾਹਿਬ ਦਾ ਪਾਠ ਕਰਾਇਆ ਗਿਆ ਅਤੇ ਪਰਿਵਾਰ ਨੂੰ ਹੱਥੀਂ ਸ਼ਹੀਦ ਕੀਤਾ ਗਿਆ। ਸਿੱਖ ਧਰਮ ਨਹੀਂ ਹਾਰਿਆ, ਆਪਣੇ ਦੇਸ਼ ਦੀ ਖਾਤਰ, ਆਪਣੇ ਧਰਮ ਦੀ ਖਾਤਰ ਜੋ ਹੈ ਪਰਿਵਾਰ ਨੂੰ ਉੱਥੇ ਸ਼ਹੀਦੀਆਂ ਦੇ ਕੇ ਉਹਨਾਂ ਦੀਆਂ ਕੱਪੜੇ ਦੇ ਥਾਨ ਸਨ, ਕਿਉਂਕਿ ਸਾਰੇ ਆਲੇ ਦੁਆਲੇ ਦੇ ਜਿੰਨੇ ਵੀ ਉਦੋਂ ਕੱਪੜਾ ਡੀਪੂਆਂ 'ਤੇ ਵਿਕਦਾ ਸੀ ਉਹ ਸਾਰੇ ਡੀਪੂ ਪਰਿਵਾਰ ਕੋਲ ਸਨ, ਤੇ ਕੱਪੜਿਆਂ ਦੇ ਢੇਰਾਂ ਦੇ ਢੇਰ ਥਾਨ ਲੱਗੇ, ਉੱਥੇ ਹੀ ਉਹਨਾਂ ਦਾ ਅੰਦਰ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜਦੋਂ ਕਿਹੜੇ ਮੈਂਬਰ ਸੀਗੇ ਜਿਹਨੇ 17 ਉਹ ਟੋਟਲ ਕਿੰਨੇ 17 ਮੇਰੇ ਖਿਆਲ ਮੈਂਬਰ 17 ਕੌਣ ਸੀਗਾ ਜੀ? ਉਹਦੇ ਵਿੱਚ ਦੇਖੋ ਜੀ ਸਾਡੇ ਜਿਹੜੇ 4 ਆਪਣਾ ਸਾਡੇ ਦਾਦਾ ਜੀ ਵਾਰੀ 4 ਭਰਾ ਸਨ। ਸਰਦਾਰ ਜਥੇਦਾਰ ਮੰਗਲ ਸਿੰਘ ਚਾਵਲਾ ਮੇਰੇ ਗ੍ਰੈਂਡਫਾਦਰ ਸਨ, ਸਰਦਾਰ ਲਾਭ ਸਿੰਘ ਚਾਵਲਾ, ਸਰਦਾਰ ਕਰਮ ਸਿੰਘ ਚਾਵਲਾ, ਸਰਦਾਰ ਰਣਜੀਤ ਸਿੰਘ ਚਾਵਲਾ। ਇਹਨਾਂ ਸਾਰਿਆਂ ਨੇ ਜੋ ਆਪੋ ਆਪਣੇ ਬੱਚੇ ਇਸਤਰੀ ਜੋ ਹੈ ਉਹ ਆਪਣੇ ਹੱਥੀਂ ਸ਼ਹੀਦ ਕੀਤੇ। ਕਿੰਨਾ ਕੁ ਔਖਾ ਲੱਗਦਾ ਹੈ ਜਦੋਂ ਵੀ ਤੁਸੀਂ ਯਾਦ ਕਰਦੇ ਹੋਗੇ 73 ਸਾਲ ਹੋ ਚੁੱਕੇ ਨੇ ਜਿਸ ਚੀਜ਼ ਨੂੰ, ਅੱਜ ਵੀ ਜਦੋਂ ਤੁਸੀਂ ਉਹਨਾਂ ਨੂੰ ਸਾਲ ਬਾਅਦ ਲੋਕੀ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਆ, ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਫਿਰ ਯਾਦ ਕਰਦੇ ਹੋ? ਦੇਖੋ ਅਸੀਂ ਭਾਵੇਂ ਉਹਨਾਂ ਦੀ ਸ਼ਕਲ ਵੀ ਨਹੀਂ ਦੇਖੀ, ਸਾਡਾ ਜਨਮ ਬਹੁਤ ਬਾਅਦ 'ਚੋਂ ਇੱਧਰ ਆ ਕੇ ਹੋਇਆ, ਪਰ ਜੋ ਪਰਿਵਾਰ ਦੀ ਪਰੰਪਰਾ ਚੱਲੀ ਆ ਰਹੀ ਹੈ ਹਰ ਸਾਲ ਉਹਨਾਂ ਦੀ ਯਾਦ ਮਨਾਈ ਦੀ ਹੈ। ਇਸ ਵਾਰੀ ਕੋਈ ਇਕੱਠ ਨਹੀਂ ਕੀਤਾ ਗਿਆ। ਕੋਵਿਡ-19 ਦੀਆਂ ਜੋ ਸਰਕਾਰ ਦੀਆਂ ਗਾਈਡਲਾਈਨਸ ਸਨ ਉਹਦੇ ਮੁਤਾਬਕ ਹੀ ਬਿਲਕੁਲ ਸਾਦਾ ਅਰਦਾਸ ਸਮਾਰੋਹ ਕੀਤਾ ਗਿਆ। ਤੇ ਜਦੋਂ ਅਸੀਂ ਹਰ ਸਾਲ ਪ੍ਰੋਗਰਾਮ ਕਰਨੇ ਆ ਤੇ ਬੜਾ ਇੱਕ ਮਨ ਨੂੰ ਮਾਣ ਵੀ ਹੁੰਦਾ ਕਿ ਅਸੀਂ ਜੋ ਸਿੱਖੀ ਨਹੀਂ ਛੱਡੀ, ਆਪਣੇ ਧਰਮ ਦੀ ਖਾਤਰ ਸਿੱਖੀ ਜਿਹੜੀ ਕੇਸਾਂ ਸਵਾਸਾਂ ਸੰਗ ਪਰਿਵਾਰ ਨੇ ਨਿਭਾਈ ਹੈ, ਤੇ ਆਪਣੀ ਦੇਸ਼ ਦੀ ਖਾਤਰ ਨਾ ਅਸੀਂ ਆਪਣੇ ਦੇਸ਼ ਦੀ ਉੱਥੇ ਬੇਇੱਜ਼ਤੀ ਹੋਣ ਦਿੱਤੀ ਤੇ ਨਾ ਆਪਣੇ ਧਰਮ ਦੀ। ਤੇ ਜੋ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਵੀ ਸਿੱਖੀ ਜਿਹੜੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ ਉਹ ਪਰਿਵਾਰ ਨੇ ਨਿਭਾਈ ਹੈ। ਅਸੀਂ ਇਸ ਚੀਜ਼ 'ਤੇ ਫਖਰ ਵੀ ਕਰਨੇ ਆ। ਪੰਜਾਬੀਆਂ ਨੇ ਜੋ ਹੈ ਦੇਸ਼ ਦੀ ਕੁਰਬਾਨੀ ਦੇ ਆਪਣਾ ਆਜ਼ਾਦੀ ਲਈ 80% ਕੁਰਬਾਨੀਆਂ ਦਿੱਤੀਆਂ। ਕਾਲੇ ਪਾਣੀ ਦੀ ਸਜ਼ਾਵਾਂ ਦੀਆਂ ਤੁਸੀਂ ਡਿਟੇਲਸ ਦੇਖ ਲਓ, ਹੋਰ ਜਿੰਨੇ ਵੀ ਮੋਰਚੇ ਲੱਗੇ ਹੈ, ਔਰ ਲਹਿਰਾਂ ਜਿੰਨੀਆਂ ਚੱਲੀਆਂ, ਲਾਲਾ ਲਾਜਪਤ ਰਾਏ ਦੀ ਭਾਰਤ ਛੱਡੋ ਅੰਦੋਲਨ ਦੇਖ ਲਓ, 80% ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਅਤੇ ਦੇਸ਼ ਦੀ ਜਦੋਂ ਵੰਡ ਹੋਈ, ਜਿਹੜਾ 8 ਤੋਂ 10 ਲੱਖ ਚਾਹੇ ਉਹ ਕਿਸੇ ਵੀ ਧਰਮ ਨਾਲ ਤਾਲੁਕ ਰੱਖਦਾ ਸੀ, ਉਹ ਸਾਰਾ ਉਹਦੇ ਵਿੱਚ 90% ਤੋਂ ਵੱਧ ਜਿਹੜੇ ਹੈ ਉਹ ਪੰਜਾਬੀ ਹੀ ਜਿਹੜੇ ਹੈ ਮਾਰੇ ਗਏ। ਅੱਜ ਵੀ ਜੇਕਰ ਗੱਲ ਕੀਤੀ ਜਾਵੇ ਪਾਕਿਸਤਾਨ ਦੇ ਵਿੱਚ, ਤੇ ਸਿੱਖ ਕੌਮ ਨੂੰ ਬੜੀ ਹੀ ਮਤਲਬ ਕਿ ਘੱਟ ਗਿਣਤੀ ਦੇ ਵਿੱਚ ਜਾਣਿਆ ਜਾਂਦਾ ਹੈ, ਔਰ ਤਸ਼ੱਦਦ ਵੀ ਪੂਰਾ ਢਾਇਆ ਜਾ ਰਿਹਾ ਉਹਨਾਂ 'ਤੇ। ਕਿਆ ਲੱਗਦਾ ਹੈ ਕਿ ਹਿੰਦੁਸਤਾਨ ਗਵਰਨਮੈਂਟ ਨੂੰ ਉਹਨਾਂ ਦਾ ਕੁਛ ਨਾ ਕੁਛ ਸਾਰ ਲੈਣੀ ਚਾਹੀਦੀ, ਨਹੀਂ ਤਾਂ ਕਾਫੀ ਪਰਿਵਾਰ ਨੇ ਜਿਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਗਵਾਉਣਾ ਪੈ ਸਕਦਾ? ਹਾਂਜੀ, ਸਿੱਖ ਪਰਿਵਾਰ ਕਾਫੀ ਨੇ ਉੱਥੇ, ਪਰ ਉੱਥੇ ਹਿੰਦੂ ਪਰਿਵਾਰ ਵੀ ਬਹੁਤ ਜ਼ਿਆਦਾ ਨੇ। ਸਿੰਧ ਦੇ ਵਿੱਚ ਸਿੰਧੀ ਹਿੰਦੂ ਬਹੁਤ ਰਹਿ ਰਹੇ ਨੇ, ਜਿਨ੍ਹਾਂ ਨੇ ਕੋਈ ਅਸੀਂ ਰੋਜ਼ ਸਾਡੇ ਅਸੀਂ ਦੇਖਦੇ ਹਾਂ ਕਿ ਕਾਫੀ ਜ਼ਿਆਦਾ ਜ਼ੁਲਮ ਹੋ ਰਿਹਾ। ਅਤੇ ਇਹ ਜੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ, ਇਹ ਪਹਿਲੀ ਵਾਰ ਸਰਕਾਰ ਨੇ ਜੋ ਹੈ ਕਿ ਉਹਦੇ ਕੋਈ ਵੀ ਜਿਹੜੀ ਕੋਈ ਘਟਨਾ ਵਾਪਰਦੀ ਉਹਦਾ ਸਖਤ ਨੋਟਿਸ ਲੈਂਦੇ ਨੇ। ਅਤੇ ਇਹਨਾਂ ਨੇ ਇੱਕ ਬੜੇ ਹੀ ਵਧੀਆ ਜੋ ਹੈ ਉਪਰਾਲਾ ਕੀਤਾ ਕਿ ਜਿਹੜੇ ਨੇਬਰਿੰਗ ਕੰਟਰੀਜ਼ ਤੋਂ ਜਿਨ੍ਹਾਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਦੇਣੀ ਹੈ, ਮਾਈਨੋਰਟੀਜ਼ ਜਿਹੜੇ ਉੱਥੇ ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ, ਉਹ ਕੁਛ ਆਏ ਵੀ ਨੇ, ਕੁਛ ਆ ਰਹੇ ਨੇ। ਉਹ ਮੈਂ ਇਸ ਲਈ ਆਪਣਾ ਸਰਦਾਰ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਸਾਡੇ ਜਿਹੜੇ ਮਾਨਯੋਗ ਪੰਜਾਬ ਦੇ ਹਰਮਨ ਪਿਆਰੇ ਆਗੂ ਨੇ ਸਰਦਾਰ ਹਰਦੀਪ ਸਿੰਘ ਜੀ ਪੁਰੀ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਕਿ ਇੱਕ ਉਹਨਾਂ ਨੇ ਬੜੇ ਐਫਰਟਸ ਕਰਕੇ
ਕਰਤਾਰਪੁਰ ਸਾਹਿਬ ਦਾ ਲਾਂਘਾ ਮੋਦੀ ਗੌਰਮੈਂਟ ਨੇ ਸਿੱਖਾਂ ਨੂੰ ਦਿੱਤਾ ਕਿ ਉਹ ਆਪਣੇ ਜਿਹੜੇ ਵਿਛੜੇ ਗੁਰਧਾਮ ਨੇ ਉਹਨਾਂ ਦੀ ਜਿਹੜੀ ਯਾਤਰਾ ਦੀ ਅਸੀਂ ਰੋਜ਼ ਅਰਦਾਸ ਕਰਨੇ ਆ ਕਿ ਉਹਦੀ ਸਟਾਰਟਿੰਗ ਕੀਤੀ ਹੈ। ਜਦੋਂ ਤੁਸੀਂ ਆਪਣੇ ਗ੍ਰੈਂਡਫਾਦਰ ਲਾਗੇ ਬੈਠਦੇ ਹੋਗੇ ਜਾਂ ਫਾਦਰ ਲਾਗੇ ਬੈਠਦੇ ਹੋ, ਕਦੀ ਉਹਨਾਂ ਨੇ ਕੋਈ ਇਨਸੀਡੈਂਟ ਇਸ ਤਰ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਇਹ ਹਾਲਾਤ ਸੀਗੇ ਤੇ ਅੱਜ ਵੀ ਅੱਖਾਂ 'ਚ ਅੱਥਰੂ ਆ ਜਾਂਦਾ ਹੋਵੇ ਕਿ ਯਾਰ ਜੇ ਅਸੀਂ ਉਸ ਟਾਈਮ ਤੇ ਹੁੰਦੇ ਤੇ ਸ਼ਾਇਦ ਅਸੀਂ ਪੈਦਾ ਵੀ ਨਾ ਹੋ ਪਾਉਂਦੇ ਉਸ ਚੀਜ਼ ਨੂੰ ਲੈ ਕੇ? ਹਾਂਜੀ, ਮੈਂ ਅਮੂਮਨ ਉਹ ਸਾਨੂੰ ਸਾਰੀ ਗੱਲ ਦੱਸਦੇ ਸਨ ਤੇ ਅਮੂਮਨ ਜੋ ਸਾਰੇ ਵਰਲਡ ਦੀ ਪ੍ਰੈਸ ਵੀ ਸਾਡੇ ਕੋਲ ਸ਼ੁਰੂ ਤੋਂ ਆਉਂਦੀ ਰਹੀ ਹੈ, BBC ਲੰਡਨ ਤੋਂ ਹੋਰ ਬ੍ਰਿਟਿਸ਼ ਦੇ ਜਾਂ ਵੱਖ-ਵੱਖ ਮੁਲਕਾਂ ਦੇ ਜਿਹੜੇ ਰਿਪੋਰਟਰਸ ਨੇ ਪਰਿਵਾਰ ਦੀ ਇੰਟਰਵਿਊ ਲੈਂਦੇ ਆਏ ਨੇ, ਹੁਣ ਵੀ ਆਉਂਦੇ ਨੇ ਕਿ ਉਸ ਪਰਿਵਾਰ ਦੇ ਜੋ ਵੰਸ਼ਜ ਆ ਇੱਥੇ ਵਸਦੇ ਨੇ। ਬ੍ਰਿਟੇਨ ਦੀਆਂ ਕਈ ਵੱਖ-ਵੱਖ ਜਿਹੜੇ ਆਥਰਸ ਨੇ ਜਿਨ੍ਹਾਂ ਨੇ ਬੁੱਕਸ ਲਿਖੀਆਂ ਪਾਰਟੀਸ਼ਨ 'ਤੇ, ਉਹਨਾਂ 'ਚ ਵੀ ਪਰਿਵਾਰ ਦਾ ਜ਼ਿਕਰ ਦਿੱਤਾ ਗਿਆ ਵੀ ਇਹ ਪਰਿਵਾਰ ਨੇ ਜੋ ਹੱਥੀਂ ਆਪਣੇ ਮੈਂਬਰ ਆਪਣੇ ਧਰਮ ਲਈ ਤੇ ਆਪਣੇ ਦੇਸ਼ ਲਈ ਸ਼ਹੀਦ ਕੀਤੇ ਨੇ। ਉਹ ਜਦੋਂ ਵੀ ਅਸੀਂ ਉਹਨਾਂ ਕੋਲ ਸੁਣਨੇ ਸਾਂ ਤੇ ਉੱਥੇ ਸਿੱਖਾਂ ਦਾ ਉਸ ਟਾਈਮ 'ਤੇ ਬੜਾ ਸਤਿਕਾਰ ਸੀ। ਇਹ ਤਾਂ ਉਸ ਟਾਈਮ ਦੀ ਜੋ ਮਾੜੀ ਰਾਜਨੀਤੀ ਕਹਿ ਲਓ ਜਾਂ ਕਿਸ ਤਰ੍ਹਾਂ ਕਹਿ ਲਓ ਕਿ ਦੋ ਫਿਰਕਿਆਂ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਹੋ ਗਿਆ ਤੇ ਜਿਹੜੀ ਹਰ ਪਾਸੇ ਇੰਡੀਆ ਨੂੰ ਵੀ ਤੇ ਉਧਰ ਪਾਕਿਸਤਾਨ ਦੀ ਵੀ ਜੋ ਆਪਣੀ ਬਸ ਰੂਲਿੰਗ ਕਰਨ ਦੀ ਜੋ ਨੇਤਾ ਸਨ, ਉਹਨਾਂ ਨੇ ਵੀ ਕਿਸੇ ਤਰੀਕੇ ਹੀ ਰੂਲ ਕਰੀਏ, ਠੀਕ ਹੈ। ਤੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹਦਾ ਜਿਹੜਾ ਨਤੀਜਾ ਇਹਨੂੰ ਜਾਂ ਅਸੀਂ ਪਹਿਲਾਂ ਸਾਂਭੀਏ ਇਸ ਚੀਜ਼ ਨੂੰ, ਇਹ ਅੱਗ ਨਾ ਭੜਕੇ। ਉਹਨਾਂ ਨੂੰ ਸਿਰਫ ਆਪਣਾ ਰਾਜ ਕਰਨ ਦੀ ਕਾਹਲੀ ਸੀ ਕਿ ਮੈਂ ਹਿੰਦੁਸਤਾਨ ਦਾ ਨਹਿਰੂ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਤੇ ਬਸ ਉਹਨਾਂ ਨੇ ਇਹ ਨਹੀਂ ਵੇਖਿਆ ਵੀ ਉਹਨਾਂ ਕਿਹਾ ਵੀ ਪੰਜਾਬੀ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਨੂੰ ਹੋਣ ਦਿਓ। ਕਿਆ ਲੱਗਦਾ ਹੈ ਕਿ ਜੋ ਫੈਸਲਾ ਲਿੱਤਾ ਗਿਆ ਉਹ ਗਲਤ ਫੈਸਲਾ ਲਿੱਤਾ ਗਿਆ? ਇੰਪਲੀਮੈਂਟ ਠੀਕ ਸੀਗਾ ਲੇਕਿਨ ਫੈਸਲਾ ਗਲਤ ਲਿੱਤਾ ਗਿਆ। ਹਾਂਜੀ, ਉਹ ਤਾਂ ਜਿਹੜਾ ਵੰਡ ਦਾ ਹਾਂਜੀ ਉਹ ਤਾਂ ਦੇਖੋ ਜੀ, ਹੁਣ ਅਸੀਂ ਦੇਖੀਏ ਕਿ ਪੰਜਾਬ ਦੀ ਜਿਹੜੀ 70% ਆਬਾਦੀ ਹੈ ਉਹ ਲਹਿੰਦੇ ਪੰਜਾਬ 'ਚੋਂ ਇੱਥੇ ਆ ਕੇ ਵਸੀ ਹੈ। ਇਹ ਇਲਾਕਾ 'ਚ ਜ਼ਿਆਦਾ ਮੁਸਲਮਾਨ ਵਸਦੇ ਸੀ, ਉੱਧਰ ਜ਼ਿਆਦਾ ਹਿੰਦੂ ਸਿੱਖ ਵਸਦੇ ਸੀ। ਉਹ ਪਾਰਟੀਸ਼ਨ ਦੇ ਵਿੱਚ ਬਸ ਇੱਕ ਲਕੀਰ ਮਾਰ ਕੇ ਤੇ ਪਾਰਟੀਸ਼ਨ ਕਰ ਦਿੱਤੀ ਗਈ। ਇਹ ਨਹੀਂ ਵੇਖਿਆ ਗਿਆ ਕਿ ਸਾਡੇ ਸਾਰੇ ਗੁਰਧਾਮ ਜਿਹੜੇ ਉੱਧਰ ਚਲੇ ਗਏ ਨੇ। ਹੁਣ ਤੁਸੀਂ ਕਰਤਾਰਪੁਰ ਸਾਹਿਬ ਦਾ ਹੀ ਵੇਖ ਲਓ, 2 ਕਿਲੋਮੀਟਰ ਦੇ ਫਾਸਲੇ 'ਤੇ ਜਿਹੜਾ ਸਾਡਾ ਇੱਕ ਐਡਾ ਪ੍ਰਮੁੱਖ ਸਥਾਨ ਹੈ ਉਹ ਪਾਕਿਸਤਾਨ 'ਚ ਰਹਿ ਗਿਆ। ਉਹ ਇੱਕ ਸਿਰਫ ਉਹਨਾਂ ਨੇ ਇੱਕ ਕਾਲੀ ਲਕੀਰ ਮਾਰੀ ਹੈ। ਉਹਨਾਂ ਇਹ ਨਹੀਂ ਵੇਖਿਆ ਕਿ ਇਹਦੇ ਨਾਲ ਜੋ ਹੈ ਇਹਦੇ ਜਿਹੜੇ ਆਉਣ ਵਾਲੇ परिणाम ਬੜੇ ਭਿਆਨਕ ਹੋ ਜਾਣਗੇ। ਤੇ ਉਹੋ ਹੀ ਗੱਲ ਹੋਈ। ਉਹ ਜਦੋਂ ਸਾਰਿਆਂ ਨੂੰ ਉੱਧਰ ਵਾਲਿਆਂ ਨੇ ਜਦੋਂ ਇੰਡੀਆ ਦੇ ਸਿੱਖਾਂ ਨੇ ਕਿਹਾ ਵੀ ਅਸੀਂ ਇੰਡੀਆ 'ਚ ਰਹਿਣਾ, ਇੰਡੀਆ ਨਾਲ ਰਹਿਣਾ, ਉਹ ਜਦੋਂ ਪਾਰਟੀਸ਼ਨ ਦੇ ਵਿੱਚ ਇੱਧਰੋਂ ਉੱਧਰ ਜਾਣ ਦੇ ਵਿੱਚ ਉਹ ਸਾਰਾ ਫਿਰਕੂ ਤਣਾਅ ਫੈਲ ਗਿਆ ਤੇ ਲੁੱਟ-ਖੋਹ ਸ਼ੁਰੂ ਹੋ ਗਈ ਤੇ 8 ਤੋਂ 10 ਲੱਖ ਬੰਦੇ ਦਾ ਜਿਹੜਾ ਉਸ ਦਰਮਿਆਨ ਕਤਲ ਹੋ ਗਿਆ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਸੀ। ਕਿਆ ਸਮਝਦੇ ਹੋ ਕਿ ਪਿਆਰ ਨਾਲ ਜਾਂ ਪੀਸਫੁਲੀ ਨਾਲ ਵੀ ਇਹ ਸਭ ਕੁਝ ਹੋ ਸਕਦਾ ਸੀ? ਬਿਲਕੁਲ ਹੋ ਸਕਦਾ ਸੀ ਜੀ, ਬਿਲਕੁਲ ਹੋ ਸਕਦਾ ਸੀ। ਉਹ ਬੜੇ ਸਿਸਟਮ ਦੇ ਨਾਲ ਹੁੰਦਾ, ਨਾ ਕਿ ਇੱਕ ਨਕਸ਼ੇ ਦੇ ਉੱਤੇ ਲਕੀਰ ਮਾਰ ਕੇ ਤੇ ਆ ਇੱਧਰ ਕਰਤਾ ਤੇ ਇੱਧਰ ਕਰਤਾ। ਉਹਨੂੰ ਬੜੇ ਸਿਸਟਮ ਨਾਲ ਜੋ ਹੈ ਪਰਿਵਾਰਾਂ ਨੂੰ ਇੱਧਰ ਲਿਆਂਦਾ ਜਾਂਦਾ ਤੇ ਇੱਧਰ ਦੇ ਜਿਹੜੇ ਪਰਿਵਾਰ ਸੀ, ਜਿਹੜੇ ਮੁਸਲਮਾਨ ਪਰਿਵਾਰ ਸੀ ਜਿਨ੍ਹਾਂ ਉੱਧਰ ਜਾਣਾ ਸੀ, ਉਹਨਾਂ ਨੂੰ ਉੱਧਰ ਤਬਦੀਲ ਕੀਤਾ ਜਾਂਦਾ। ਪਰ ਉਹੋ ਹੀ ਗੱਲ ਫਿਰ ਉੱਥੇ ਆ ਜਾਂਦੀ ਹੈ, ਹਾਕਮਾਂ ਨੂੰ ਆਪਣੇ ਰਾਜ ਦੀ ਪਈ ਸੀ ਵੀ ਅਸੀਂ ਝੰਡਾ ਝਲਾਉਣਾ ਆਪਣਾ ਤੇ ਆਪਣਾ ਰਾਜ ਬਣਾਉਣਾ ਹੈ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹਦੇ ਬੜੇ ਭਿਅੰਕਰ ਨਤੀਜੇ ਅੱਗੋਂ ਨਿਕਲ ਰਹੇ ਨੇ। ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਤੁਹਾਡੇ ਦਾਦਾ ਜੀ ਨੇ ਜਾਂ ਤੁਹਾਡੇ ਪਿਤਾ ਜੀ ਨੇ ਦੱਸਿਆ ਹੋਵੇ ਕਿ ਰਸਤੇ 'ਚ ਆਉਂਦੇ ਉਹਨਾਂ ਨੂੰ ਇੱਕ ਇਸ ਤਰ੍ਹਾਂ ਦਾ ਕੋਈ ਦਰਦਨਾਕ ਮੰਜ਼ਰ ਦੇਖਣ ਨੂੰ ਕੋਈ ਮਿਲਿਆ ਹੋਵੇ? ਹਾਂਜੀ, ਉਹ ਰਸਤੇ ਦੇ ਵਿੱਚ ਸਾਰਾ ਰਸਤਾ ਉਹ ਦੱਸਦੇ ਹਨ ਕਿ ਲਾਸ਼ਾਂ ਨਾਲ ਹੀ ਭਰਿਆ ਸੀ। ਸਾਡੇ ਪਿੰਡ ਦੇ ਵਿੱਚ ਡੇਗ ਵਗਦੀ ਸੀ, ਡੇਗ ਮਤਲਬ ਨਹਿਰ ਵਗਦੀ ਸੀ। ਨਹਿਰ ਦੇ ਵਿੱਚ ਉਦੋਂ ਰਾਵੀ ਦਰਿਆ 'ਚ ਬਹੁਤ ਭਾਰੀ ਹੜ੍ਹ ਆਇਆ ਹੋਇਆ ਸੀ। ਉਹਦੀ ਵਜ੍ਹਾ ਨਾਲ ਪਿੰਡ 'ਚ ਆਲੇ ਦੁਆਲੇ ਜਿਹੜਾ ਕੋਈ 6-6 ਫੁੱਟ ਪਾਣੀ ਇਕੱਠਾ ਹੋ ਗਿਆ। ਉਹ ਪਾਣੀ ਦੇ ਵਿੱਚੋਂ ਉਹ ਲੰਘ ਕੇ ਆਏ ਨੇ ਤੇ ਜਿਹੜੇ ਰਾਵੀ ਦੇ ਉੱਤੇ ਦਰਿਆ ਤੇ ਜਿਹੜੇ ਕਿ ਦਰਿਆ ਪਾਰ ਕਰਾਉਣ ਵਾਲੇ ਮਾਝੀ ਨੇ, ਉਹਨਾਂ ਨੇ ਕਿ ਕਈਆਂ ਕੋ ਸੋਨਾ ਲੈ ਕੇ ਲਾਲਚ ਕਰਕੇ ਉਹ ਦਰਿਆ ਪਾਰ ਕਰਾਏ। ਕਈਆਂ ਨੇ ਦਰਿਆ ਦੇ ਵਿੱਚੋਂ ਹੀ ਕਈ ਲੰਘ ਰਹੇ ਸੀ, ਡੁੱਬ ਗਏ। ਹੜ੍ਹ ਦੇ ਵਿੱਚ ਕਈ ਰੁੜ ਗਏ। ਇਹ ਬੜਾ ਭਿਆਨਕ ਮੰਜ਼ਰ ਸੀ ਜੋ ਉਹਨਾਂ ਨੇ ਸਾਨੂੰ ਬਿਆਨ ਕੀਤਾ ਕਿ ਰਾਹ ਦੇ ਵਿੱਚ ਈਵਨ ਕਿ ਦਰਿਆ ਦਾ ਪਾਣੀ ਕਈ ਜਗ੍ਹਾ ਦੇ ਉੱਤੇ ਲਾਲ ਹੋਇਆ ਪਿਆ ਸੀ। ਕਿਆ ਉਸ ਸਮੇਂ 'ਤੇ ਜਿਹੜਾ ਖਾਣ ਪੀਣ ਦਾ ਸਮਾਨ ਹੁੰਦਾ ਸੀਗਾ, ਕਿਆ ਪਾਕਿਸਤਾਨ ਦੇ ਜਿਹੜੇ ਜੋ ਮੁਸਲਮਾਨ ਭਾਈਚਾਰੇ ਦੇ ਲੋਕ ਖੁਦ ਦਿੰਦੇ ਸੀਗੇ ਕਿ ਲੁੱਟ ਖਸੁੱਟ ਚੱਲਦੀ ਸੀਗੀ ਉਸ ਸਮੇਂ 'ਤੇ ਵੀ ਜਦੋਂ ਪਾਰਟੀਸ਼ਨ ਦੇ ਟਾਈਮ ਦੇ ਉੱਤੇ? ਪਾਰਟੀਸ਼ਨ ਦੇ ਟਾਈਮ 'ਤੇ ਜੋ ਸਾਡੇ ਬਜ਼ੁਰਗਾਂ ਨੇ ਦੱਸਿਆ ਜੀ, ਬਹੁਤ ਲੁੱਟ ਖਸੁੱਟ ਚੱਲੀ ਹੈ। ਈਵਨ ਕਿ ਲੋਕੀ ਜੋ ਘਰਾਂ ਨੂੰ ਕੋਈ ਛੱਡ ਕੇ ਆਏ ਸੀਗੇ, ਉਹਨਾਂ ਦੇ ਅੰਦਰੋਂ ਭਾਂਡੇ ਭੁੰਡੇ ਤੱਕ ਉਹ ਲੈ ਗਏ, ਕਿਉਂਕਿ ਪਤਾ ਵੀ ਵਾਪਸ ਤਾਂ ਕਿਸੇ ਨੇ ਆਉਣਾ ਨਹੀਂ ਸੀ। ਸਾਡੀ ਆਪਣੀ ਹਵੇਲੀ ਜੋ ਹੈ ਉਹਦੀ ਆਪਣਾ ਅਸੀਂ ਛੱਡ ਆਏ। ਜੋ ਸੋਨਾ ਜਾਂ ਚਾਂਦੀ ਪਰਿਵਾਰ ਕੋ ਕਾਫੀ ਜ਼ਿਆਦਾ ਸੀ,
ਕਿਉਂਕਿ ਸ਼ਾਹੂਕਾਰਾਂ ਦਾ ਕੰਮ ਹੀ ਉੱਥੇ ਆ, ਪਰਿਵਾਰ ਦੀ ਆਪਣੀ ਹਵੇਲੀ ਦੇ ਅੰਦਰ ਖੂਹੀ ਸੀ, ਉਹਦੇ ਵਿੱਚ ਸੁੱਟ ਆਏ ਸਾਰਾ। ਕਦੀ ਮੌਕਾ ਮਿਲਿਆ ਪਾਕਿਸਤਾਨ ਦੁਬਾਰਾ ਜਾਣ ਦਾ, ਜਾਂ ਹਵੇਲੀ ਵੇਖਣ ਨੂੰ ਦਿਲ ਕਰਦਾ ਹੋਵੇ ਕਿ ਹਾਂ ਵੀ ਮੈਂ ਹਵੇਲੀ ਦੇਖ ਕੇ ਆਵਾਂ, ਸਾਡੇ ਬਜ਼ੁਰਗਾਂ ਦੀ ਚੀਜ਼ ਸੀਗੀ, ਉਹਨੂੰ ਵੇਖਿਆ ਜਾਵੇ, ਸ਼ਾਇਦ ਯਾਦ ਤਾਜ਼ਾ ਹੋ ਜਾਂਦੀ ਹੋਵੇ? ਹਾਂ ਨਹੀਂ ਜੀ, ਮੈਂ ਤਾਂ ਆਪਣਾ ਅਜੇ ਤੱਕ ਨਹੀਂ ਗਿਆ ਪਿੰਡ ਥਪਨਾਲਾ, ਪਰ ਜੇ ਸਾਨੂੰ ਗੌਰਮੈਂਟ ਦੇ ਇੱਥੋਂ ਦੀਆਂ ਦੋਨੋਂ ਗੌਰਮੈਂਟ ਇਜਾਜ਼ਤ ਦੇਣਗੀਆਂ ਵੀ ਤੁਸੀਂ ਆਪਣੇ ਬਜ਼ੁਰਗਾਂ ਦੀ ਭੌਂ ਵੇਖ ਸਕਦੇ ਹੋ, ਤਾਂ ਅਸੀਂ ਜ਼ਰੂਰ ਜਾਵਾਂਗੇ ਵੇਖਣਗੇ। ਜਿੱਥੇ ਸਾਡੇ ਬਜ਼ੁਰਗਾਂ ਨੇ ਕਾਫੀ ਜ਼ਿਆਦਾ ਟਾਈਮ ਬਤੀਤ ਕੀਤਾ, ਜਿੱਥੋਂ ਉਹਨਾਂ ਨੂੰ ਪਰਿਵਾਰ ਨੂੰ ਸ਼ਹੀਦੀਆਂ ਦੇਣ ਦਾ ਜਿੱਥੋਂ ਬਲ ਮਿਲਿਆ ਹੈ, ਉਹ ਜਗ੍ਹਾ ਵੀ ਦੇਖਾਂਗੇ। ਹਵੇਲੀ ਸਾਡੀ ਜੋ ਹੈ ਉੱਥੇ ਇੰਨਾ ਪੱਤਰਕਾਰ ਕਈ ਦੱਸਦੇ ਆ ਕਿ ਅਸੀਂ ਵੀ ਉੱਥੋਂ ਦਰਾਫਤ ਕੀਤਾ ਕਿ ਹਵੇਲੀ ਤੁਹਾਡੀ ਜਿਹੜੀ ਉੱਥੇ ਟੱਠੀ ਹੈ, ਜਿਵੇਂ ਟਾਈ ਜਾਂਦੀ ਹੈ ਟਾਈਮ ਦੇ ਨਾਲ, ਅਤੇ ਜੇ ਗੌਰਮੈਂਟ ਸਾਨੂੰ ਅਲਾਓ ਕਰੇਗੀ ਤਾਂ ਅਸੀਂ ਜ਼ਰੂਰ ਉਸ ਸਥਾਨ ਦੇ ਦਰਸ਼ਨ ਕਰਾਂਗੇ। ਇੱਕ ਸ਼੍ਰੋਮਣੀ ਕਮੇਟੀ ਹਰਿਮੰਦਰ ਸਾਹਿਬ ਦੇ ਲਾਗੇ ਵੀ ਤੁਹਾਡੀ ਇੱਕ ਜੇ 17 ਪਰਿਵਾਰ ਦੇ ਜਿਹੜੇ ਨਾਮ ਲਿਖੇ ਸੀਗੇ, ਹੁਣ ਜੋ ਸਾਨੂੰ ਸੁਣਨ ਨੂੰ ਮਿਲਿਆ ਕਿ ਉਹ ਹਟਾ ਦਿੱਤੇ ਗਏ ਨੇ, ਕਿੱਥੇ ਹਟਾ ਦਿੱਤੇ ਗਏ ਨੇ? ਕੋਈ ਗੱਲਬਾਤ ਹੋਈ ਤੁਹਾਡੀ ਸ਼੍ਰੋਮਣੀ ਕਮੇਟੀ ਨਾਲ? ਹਾਂਜੀ, ਇਹ ਬੜਾ ਇੱਕ ਆਪਣਾ ਅਫਸੋਸਜਨਕ ਕੰਮ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ ਕਿ ਉਹ ਜੋ ਸਲੈਬ 1948 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਉਸ ਟਾਈਮ ਜੋ ਹੈ 500 ਰੁਪਏ ਦੀ ਸੇਵਾ ਦਰਬਾਰ ਸਾਹਿਬ ਨੂੰ ਸ਼ਹੀਦਾਂ ਦੇ ਨਾਮ 'ਤੇ ਦਿੱਤੀ। ਉਸ ਟਾਈਮ 'ਤੇ 500 ਰੁਪਇਆ ਦਿੱਤਾ ਜਦੋਂ 10 ਰੁਪਏ ਤੋਲਾ ਸੋਨਾ ਸੀ, ਅਤੇ ਸ਼ਹੀਦਾਂ ਦੀ ਇੱਕ ਸਲੈਬ ਜਿੱਥੇ ਪੁਰਾਣੀਆਂ ਪੌੜੀਆਂ ਹੁੰਦੀਆਂ ਸੀ ਆਪਣਾ ਮਿਊਜ਼ੀਅਮ ਦੀਆਂ ਉਤਰਦੀਆਂ ਸਨ, ਉਹਦੇ ਨਾਲ ਲੱਗੀ ਹੁੰਦੀ ਸੀ। ਅਤੇ ਪਿਛਲੇ ਕੁਝ ਸਮੇਂ ਤੋਂ ਜੋ ਹੈ ਉਹ ਸਲੈਬ ਉੱਥੇ ਨਹੀਂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੁਛ ਰਿਪੇਅਰ ਦੇ ਨਾਂ 'ਤੇ ਜਾਂ ਕੁਛ ਉਹ ਉਤਾਰੀ ਗਈ ਹੈ। ਪਰਿਵਾਰ ਵੱਲੋਂ ਮੈਂ ਕਈ ਵਾਰੀ ਉਹਨਾਂ ਦੇ ਅਧਿਕਾਰੀਆਂ ਨੂੰ ਮਿਲਿਆ ਵੀ ਹਾਂ, ਚਿੱਠੀਆਂ ਵੀ ਲਿਖੀਆਂ ਗਈਆਂ ਵੀ ਉਹ ਜੋ ਸ਼ਹੀਦਾਂ ਦਾ ਇਸ ਤਰ੍ਹਾਂ ਦਾ ਅਪਮਾਨ ਉਹਨਾਂ ਸ਼ਹੀਦਾਂ ਦਾ ਕਿ ਜਿਨ੍ਹਾਂ ਨੇ ਸਿੱਖੀ ਦੇ ਲਈ ਆਪਣੇ ਜਿਹੜੇ ਹੈ ਸ਼ਹੀਦੀਆਂ ਦਿੱਤੀਆਂ, ਆਪਣੇ ਹੱਥੀਂ ਮੈਂਬਰ ਕਤਲ ਕੀਤੇ ਵੀ ਸਾਡੀ ਸਿੱਖੀ ਸਿਦਕ ਨਾ ਜਾਵੇ ਜੀ, ਉਹਨਾਂ ਦੀ ਬਜਾਏ ਕਿ ਉਹਨੂੰ ਸੰਰਕਸ਼ਣ ਕਰਨ ਦੇ, ਉਹਨੂੰ ਸੰਭਾਲ ਕੇ ਰੱਖਣ ਦੇ ਕਿ ਉੱਥੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਨਾ ਲੈ ਸਕਣ ਕਿ ਕਿੱਥੇ ਕਿਸ ਤਰ੍ਹਾਂ ਜੋ ਆਪਣਾ ਸਿੱਖੀ ਵਾਸਤੇ ਸ਼ਹੀਦੀਆਂ ਦਿੱਤੀਆਂ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਜਾਏ ਇਸ ਦੇ ਕਿ ਉਹਨੂੰ ਸੰਰਕਸ਼ਣ ਦੇਣਾ ਸੀ, ਉਹਨਾਂ ਨੇ ਉਹ ਸਲੈਬ ਉੱਥੋਂ ਉਤਰਾ ਦਿੱਤੀ ਗਈ, ਜਿਹਦੇ ਨਾਲ ਕਿ ਪਰਿਵਾਰ ਨੂੰ ਜਾਂ ਹੋਰ ਜਿਹੜੇ ਵੀ ਉੱਥੋਂ ਜਿਹੜਾ ਵੀ ਸੁਣਦਾ, ਜਿਹੜਾ ਪਾਰਟੀਸ਼ਨ ਦੇ ਟਾਈਮ ਉੱਧਰੋਂ ਇੱਧਰ ਆਇਆ ਸੀ ਪੰਜਾਬ ਦੀ, ਜਿਵੇਂ ਤੁਹਾਨੂੰ ਦੱਸਿਆ ਵੀ 60-70% ਆਬਾਦੀ ਉੱਧਰੋਂ ਹੀ ਇੱਧਰ ਆ ਕੇ ਵੱਸੀ, ਉਹ ਸਾਰਿਆਂ ਨੂੰ ਬੜਾ ਠੇਸ ਪਹੁੰਚ ਰਹੀ ਹੈ ਮਨ ਨੂੰ ਕਿ ਇਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਤਾਂ ਇਹ ਕੰਮ ਕਤਈ ਨਹੀਂ ਸੀ ਕਰਨਾ ਚਾਹੀਦਾ। ਤੁਹਾਡੇ ਵੱਲੋਂ ਗੱਲਬਾਤ ਕੀਤੀ ਗਈ ਕੋਈ ਸ਼੍ਰੋਮਣੀ ਕਮੇਟੀ? ਹਾਂਜੀ, ਮੈਂ 2-3 ਵਾਰੀ ਉਹਨਾਂ ਨੂੰ ਲੈਟਰਸ ਵੀ ਲਿਖੀਆਂ, ਉਹਨਾਂ ਦੇ ਮੈਨੇਜਰ ਜੋ ਹੈ ਦਰਬਾਰ ਸਾਹਿਬ ਦੇ, ਉਹਨਾਂ ਨੂੰ ਵੀ ਕਿਹਾ, ਉਹ ਬਸ ਕਰ ਰਹੇ ਆ ਅਤੇ ਲਗਾ ਰਹੇ ਆ। ਇਸ ਦਰਮਿਆਨ ਹੀ ਉਹ ਬਸ ਇਸ ਤਰ੍ਹਾਂ ਚੱਲ ਰਿਹਾ। ਜਗ੍ਹਾ ਉੱਥੇ ਉਸ ਸਾਡੇ ਜੋ ਸਲੈਬ ਲੱਗੀ ਸੀ ਉਸ ਤਰ੍ਹਾਂ ਹੀ ਖਾਲੀ ਪਈ ਹੈ। ਮੈਂ ਤੁਹਾਨੂੰ ਸਨੈਪਸ ਵੀ ਉਹਦੀਆਂ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ। ਅਤੇ ਬੜਾ ਇਸ ਚੀਜ਼ ਦਾ ਜੋ ਹੈ ਸਾਡੇ ਸਾਰੇ ਜੋ ਵਰਗ ਜੋ ਸੁਣ ਰਿਹਾ, ਬੜਾ ਭਾਰੀ ਉਹਨੂੰ ਇਸ ਚੀਜ਼ ਦੀ ਨਿਰਾਸ਼ਤਾ ਹੱਥ ਲੱਗ ਰਹੀ ਹੈ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਜੀ ਬਿਲਕੁਲ, ਸ਼੍ਰੋਮਣੀ ਕਮੇਟੀ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਸੀਗਾ, ਕਿਉਂਕਿ 1947 ਦੇ ਵੰਡ ਦੀ ਅੱਜ ਅਸੀਂ 73ਵੀਂ ਸਾਲਗਿਰਾ 'ਤੇ ਮਨਾ ਰਹੇ ਹਾਂ, ਖੁਸ਼ੀ ਵੀ ਮਨਾਉਂਦੇ ਹਾਂ, ਲੇਕਿਨ ਉਸ ਸਮੇਂ 'ਤੇ ਜੋ ਹੱਡ ਬੀਤੀ ਲੋਕਾਂ ਦੇ, ਜੋ ਜਿਸ ਤਰ੍ਹਾਂ ਕਿ ਚਾਵਲਾ ਪਰਿਵਾਰ ਵੱਤੇ ਬਿਲਕੁਲ ਹੱਡ ਬੀਤੀ ਸੀਗੀ, ਔਰ ਉਹਨਾਂ ਵੱਲੋਂ ਦੱਸਿਆ ਗਿਆ ਕਿ 17 ਜੀਆਂ ਨੂੰ ਖੁਦ ਜਿਹੜਾ ਸੀਗਾ ਉਹਨਾਂ ਵੱਲੋਂ ਕਤਲ ਕੀਤਾ ਗਿਆ ਔਰ ਸ਼ਹੀਦ ਕੀਤਾ ਗਿਆ। ਬੇਸਿਕਲੀ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਇੱਕ ਪਰਿਵਾਰ ਦੇ 17 ਜੀਆਂ ਨੂੰ ਸ਼ਹੀਦ ਕਰਨ ਵਾਸਤੇ, ਔਰ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚਦੇ ਨੇ, ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿੰਦੇ ਨੇ। ਅੱਜ ਵੀ ਉਹਨਾਂ ਦੀ ਯਾਦ ਵਿੱਚ ਉਹਨਾਂ ਵੱਲੋਂ ਲਗਾਤਾਰ ਪਾਠ ਵੀ ਰਖਵਾਏ ਜਾਂਦੇ ਨੇ, ਕਿਉਂਕਿ ਅਸੀਂ ਜਦੋਂ ਵੀ ਆਜ਼ਾਦੀ ਦਿਹਾੜਾ ਆਉਂਦਾ ਖੁਸ਼ੀਆਂ ਤੇ ਮਨਾਉਂਦੇ ਹਾਂ, ਲੇਕਿਨ ਜੋ ਲੋਕ ਆਪਣੇ ਪਰਿਵਾਰ ਦੇ ਜੀਆਂ ਨੂੰ ਗਵਾ ਚੁੱਕੇ ਨੇ, ਸਾਨੂੰ ਉਹਨਾਂ ਦਾ ਦਰਦ ਵੀ ਜ਼ਰੂਰ ਜਾਣਨਾ ਚਾਹੀਦਾ। ਲੇਕਿਨ 17 ਮੈਂਬਰ ਜਿਹੜੇ ਨੇ ਉਹ ਇਹਨਾਂ ਵੱਲੋਂ ਖੁਦ ਸ਼ਹੀਦ ਕੀਤੇ ਗਏ, ਔਰ ਸੱਚੀ ਰੋਮ ਕੰਢੇ ਖੜੇ ਹੋ ਜਾਂਦੇ ਨੇ ਜਦੋਂ ਅਸੀਂ ਇਸ ਤਰ੍ਹਾਂ ਦੀ ਗੱਲ ਯਾਦ ਕਰਦੇ ਕਿ ਉਸ ਸਮੇਂ ਕਿਸ ਤਰ੍ਹਾਂ ਦਾ ਸਮੇਂ ਰਿਹਾ ਹੋਵੇਗਾ ਜਦੋਂ ਇਹ ਜਿਹੜੀ ਘਟਨਾ ਜਿਹੜੀ ਸੀਗੀ ਹੋਈ ਸੀਗੀ। ਲੇਕਿਨ ਸ਼੍ਰੋਮਣੀ ਕਮੇਟੀ ਦਾ ਵੀ ਇੱਕ ਬਹੁਤ ਗਲਤ ਰੋਲ ਇੱਕ ਸਾਹਮਣੇ ਨਜ਼ਰ ਆ ਰਿਹਾ, ਜਿਹਦੇ ਵਿੱਚ ਉਹਨਾਂ ਵੱਲੋਂ ਇੱਕ ਪਰਿਵਾਰ ਵੱਲੋਂ ਇੱਕ ਸਲੈਬ ਲਗਵਾਈ ਗਈ ਸੀਗੀ, ਜੋ ਕਿ ਘੰਟਾ ਘਰ ਚੌਂਕ ਚੋਂ ਪ੍ਰਕਰਮਾ ਦੇ ਵਿੱਚ ਜਿਹੜਾ ਰਸਤਾ ਨਿਕਲਦਾ ਹੈ ਉੱਥੇ ਲੱਗੀ ਹੋਈ ਸੀ, ਜੋ ਕਿ ਲਾ ਦਿੱਤੀ ਗਈ ਹੈ ਕਿਉਂਕਿ ਉਹਨਾਂ ਦਾ ਕੁਝ ਇਨਕਰੋਚਮੈਂਟ ਦਾ ਕੰਮ ਚੱਲ ਰਿਹਾ ਹੈ ਜਾਂ ਕੋਈ ਸੇਵਾ ਦਾ ਕੰਮ ਚੱਲ ਰਿਹਾ। ਲੇਕਿਨ ਪਰਿਵਾਰ ਦੀ ਅੱਜ ਵੀ ਇਹੀ ਡਿਮਾਂਡ ਹੈ ਕਿ ਉਹਨਾਂ ਦਾ ਜਿਹੜੀ ਬਣਦਾ ਸਥਾਨ ਹੈ ਉਹ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਉਹਨਾਂ ਵੱਲੋਂ ਉਸ ਸਮੇਂ ਦੇ ਦੌਰਾਨ 500 ਰੁਪਏ ਦੇ ਕੇ ਉਹ ਸਲੈਬ ਲਗਵਾਈ ਗਈ ਸੀ ਅਤੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਸਜਦਾ ਵੀ ਉੱਥੇ ਕਰਦੇ ਸੀਗੇ। ਲੇਕਿਨ ਇਹ ਜਿਹੜੀ ਇਹਨਾਂ ਨੇ ਸਾਨੂੰ ਦੱਸਿਆ ਕਿ 17 ਮੈਂਬਰ ਜਿਹੜੇ ਆ ਉਹਨਾਂ ਵੱਲੋਂ ਜਿਹੜੇ ਸੀਗੇ ਸ਼ਹੀਦ ਕੀਤੇ ਗਏ ਸੀ, ਉਹਨਾਂ ਦੀ ਅੱਜ ਵੀ ਯਾਦ ਜਿਹੜੀ ਆ ਉਹ ਇਹ ਪਰਿਵਾਰ ਜ਼ਰੂਰ ਮਨਾਉਂਦਾ ਹੈ।
ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।